ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅੰਤਿਮ ਪੜਾਅ 'ਚ ਪਹੁੰਚੀਆਂ ਚੋਣ ਪ੍ਰਕਿਰਿਆ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਚੁੱਕਾ ਹੈ। ਕਹਿ ਦਈਏ ਤਾਂ ਅੰਤਿਮ ਪੜਾਅ ਦੇ ਵਿੱਚ ਹੀ ਪਹੁੰਚ ਚੁੱਕੀਆਂ ਨੇ। ਕੱਲ੍ਹ ਨੂੰ ਜਿਹੜਾ ਹੈਗਾ ਚੋਣ ਪ੍ਰਚਾਰ ਖਤਮ ਹੋ ਜਾਵੇਗਾ ਅਤੇ ਇਸ ਸਮੇਂ ਸਾਰੀ ਸਿਆਸੀ ਧਿਰਾਂ ਵੱਲੋਂ ਆਪਣਾ ਪੂਰਾ ਜ਼ੋਰ ਜਿਹੜਾ ਹੈਗਾ ਵੋਟਰਾਂ ਨੂੰ ਲੁਭਾਉਣ ਲਈ ਲਗਾ ਦਿੱਤਾ ਗਿਆ। ਪਰ ਅਸੀਂ ਜਾਣਨਾ ਚਾਹਾਂਗੇ ਕਿ 2 ਦਿਨ ਬਾਅਦ ਵੋਟਾਂ ਜਿਹੜੀਆਂ ਹੈਗੀਆਂ ਪੈਣੀਆਂ ਨੇ। ਇਸ ਵਾਰ ਚੋਣ ਮੈਦਾਨ 'ਚ ਕੁੱਲ ਕਿੰਨੇ ਉਮੀਦਵਾਰ ਉਤਰੇ ਹੋਏ ਨੇ, ਕਿੰਨੇ ਵਿਧਾਨ ਸਭਾ ਹਲਕੇ ਨੇ, ਕਿਹੜੀ ਕਿਹੜੀ ਪਾਰਟੀ ਤੋਂ ਕਿਵੇਂ ਹੈ, ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਚਾਨਣਾ ਪਾਓ। ਦੇਖੋ ਜੀ, ਐਤਵਾਰ ਨੂੰ ਜਿਹੜਾ ਹੈ 1304 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੋਣਾ ਹੈ, ਜਦੋਂ 2 ਕਰੋੜ ਤੋਂ ਵੱਧ ਵੋਟਰ ਜਿਹੜੇ ਹੈ ਮਸ਼ੀਨਾਂ ਦਾ ਬਟਨ ਦਬਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚਣਗੇ ਜੀ। ਇਹਨਾਂ 304 ਉਮੀਦਵਾਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਕਹਿ ਲਓ, ਸੰਯੁਕਤ ਸਮਾਜ ਮੋਰਚਾ ਅਤੇ ਆਜ਼ਾਦ ਉਮੀਦਵਾਰ ਸਾਰੇ ਆਪਣੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਜੀ। ਇਹਨਾਂ ਚੋਣਾਂ ਦੇ ਵਿੱਚ ਅਸੀਂ ਕਹਿ ਲਈਏ ਵੀ ਪ੍ਰਕਾਸ਼ ਸਿੰਘ ਬਾਦਲ ਵਰਗੇ 94 ਸਾਲ ਦੀ ਉਮਰ ਦੇ ਬਜ਼ੁਰਗ, 25 ਸਾਲ 26 ਸਾਲ ਦੇ ਨੌਜਵਾਨ ਜਿੱਥੇ ਆਪਣੀ ਕਿਸਮਤ ਅਜਮਾ ਰਹੇ ਨੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਸਾਬਕਾ ਪ੍ਰਧਾਨ, ਉਹੋ ਜਿਹੇ ਅਫਸਰ ਜਿਹੜੇ ਜ਼ਿੰਮੇਵਾਰੀ ਵਾਲੀਆਂ ਪੋਸਟਾਂ 'ਤੇ ਬੈਠ ਕੇ ਕੋਈ ਬਾਹਲਾ ਵੱਡਾ ਮਾਰਕਾ ਨਹੀਂ ਮਾਰ ਸਕੇ। ਹੁਣ ਕਹਿੰਦੇ ਅਸੀਂ ਸਿਆਸਤ 'ਚ ਆ ਕੇ ਪਤਾ ਨਹੀਂ ਅਸੀਂ ਕੀ ਗੁੱਲ ਖਿਲਾਵਾਂਗੇ, ਕੀ ਚੰਦ ਚਾੜਾਂਗੇ। ਉਹ ਵੀ ਆਪਣੀ ਕਿਸਮਤ ਅਜਮਾਉਣ ਲਈ ਵੱਖ-ਵੱਖ ਪਾਰਟੀਆਂ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇਗੇ। ਅਤੇ ਅਸੀਂ ਕਹਿ ਲਈਏ ਵੀ ਇੱਕ ਤਰ੍ਹਾਂ ਨਾਲ ਜਿਹੜਾ ਹੈ ਚੋਣ ਪ੍ਰਚਾਰ ਇਸ ਵੇਲੇ ਪੂਰਾ ਜਿਹੜਾ ਭਖਿਆ ਹੋਇਆ। ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਜਿਹੜਾ ਉਹ ਬੰਦ ਹੋ ਜੂ। ਜੋ ਹੁਣ ਤੱਕ ਸ਼ੋਰ ਸ਼ਰਾਬਾ, ਰੈਲੀਆਂ ਜੋ ਚੱਲਦੇ ਸੀ ਉਹ ਖਤਮ ਹੋ ਜੂ। ਉਸ ਤੋਂ ਬਾਅਦ ਜਿਹੜਾ ਉਹ ਡੋਰ ਟੂ ਡੋਰ ਉਮੀਦਵਾਰ ਜਿਹੜਾ ਚੋਣ ਪ੍ਰਚਾਰ ਕਰ ਸਕਦੇ ਆ। ਇੱਕ ਤਰ੍ਹਾਂ ਨਾਲ ਅਸੀਂ ਕਹਿ ਦਈਏ ਵੀ ਜਿਹੜੀ ਕੱਲ੍ਹ ਦਾ ਦਿਨ ਖੁੱਲ੍ਹਾ ਚੋਣ ਪ੍ਰਚਾਰ ਦਾ ਉਮੀਦਵਾਰਾਂ ਕੋਲ ਸਿਰਫ ਰਹਿ ਗਿਆ ਅਤੇ ਹੁਣ ਚੋਣ ਪ੍ਰਚਾਰ ਹੈ ਜਿਹੜਾ ਉਹ ਬਿਲਕੁਲ ਅੰਤਿਮ ਪੜਾਅ 'ਤੇ ਪਹੁੰਚ ਗਿਆ ਅਤੇ ਪੰਜਾਬੀਆਂ ਨੇ ਆਪਣੇ ਅਗਲੇ 5 ਸਾਲਾਂ ਦਾ ਭਵਿੱਖ ਕਿਸ ਪਾਰਟੀ ਦੇ, ਕਿੰਨਾ ਵਿਅਕਤੀਆਂ ਦੇ ਹੱਥਾਂ 'ਚ ਫੜਾਉਣਾ ਹੈ, ਕਿਹੋ ਜਿਹੇ ਕਿਰਦਾਰ ਵਾਲਿਆਂ ਨੂੰ ਆਪਣੇ ਜਨ ਪ੍ਰਤੀਨਿਧ ਚੁਣਨਾ ਹੈ, ਕਰਪਟ ਬੰਦਿਆਂ ਨੂੰ ਚੁਣਨਾ ਹੈ, ਕ੍ਰਿਮੀਨਲ ਨੂੰ ਚੁਣਨਾ ਹੈ, ਸਾਫ ਸੁਥਰਿਆਂ ਨੂੰ ਚੁਣਨਾ ਹੈ, ਮਾਫੀਆ ਖਤਮ ਕਰਨ ਵਾਲਿਆਂ ਨੂੰ ਚੁਣਨਾ ਹੈ ਜਾਂ ਮਾਫੀਆ ਦੇਣ ਵਾਲਿਆਂ ਨੂੰ ਚੁਣਨਾ ਹੈ। ਇਹ ਜਿਹੜਾ ਫੈਸਲਾ ਹੈ 20 ਤਰੀਕ ਨੂੰ ਜਾ ਕੇ ਪੋਲਿੰਗ ਬੂਥਾਂ 'ਤੇ ਪੰਜਾਬ ਦੇ ਲੋਕ ਕਰਨਗੇ। ਜੀ ਦਵਿੰਦਰ ਜੀ, ਚੋਣਾਂ ਤਾਂ ਬਹੁਤ ਪੁਰਾਣੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਨੇ, ਪਰ ਗੱਲ ਕਰੀਏ ਇਸ ਵਾਰ ਕਿਤੇ ਨਾ ਕਿਤੇ ਚੋਣ ਕਮਿਸ਼ਨ ਬਹੁਤ ਸਖਤ ਰਵੱਈਏ 'ਚ ਦਿਖਾਈ ਦੇ ਰਿਹਾ ਸੀ ਅਤੇ ਦੂਜੇ ਪਾਸੇ ਕਰੋਨਾ ਵਾਇਰਸ ਕਰਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਸੀ। ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਵੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਚੋਣਾਂ ਕਵਰ ਕਰਦੇ ਆ ਰਹੇ ਹੋ, ਵੀ ਕਿ ਇਸ ਵਾਰ ਦੀਆਂ ਚੋਣਾਂ 'ਚ ਤੁਹਾਨੂੰ ਕੀ ਵੱਖਰਾ ਲੱਗਿਆ, ਕੀ ਵਖਰੇਵਾਂ ਜਿਹੜਾ ਹੁਣ ਤੱਕ ਦੇਖਣ ਨੂੰ ਮਿਲਿਆ? ਦੇਖੋ, ਆਪਾਂ ਕਹਿ ਲਈਏ ਵੀ ਆਪਣੀ ਉਮਰ ਦੇ ਵਿੱਚ ਇਹ ਪਹਿਲਾ ਇੱਕ ਦੌਰ ਹੈ ਜਦੋਂ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ। ਪੈਂਡੈਮਿਕ ਦੇ ਦੌਰ 'ਚੋਂ ਅਸੀਂ ਲੰਘ ਰਹੇ ਹਾਂ। ਮਾਰਚ 2020 ਤੋਂ ਜਦੋਂ ਤੋਂ ਲੋਕਡਾਊਨ ਹਿੰਦੁਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਡਿਕਲੇਅਰ ਕੀਤਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਹੈ ਪਹਿਲੀ ਵੇਵ, ਦੂਜੀ ਵੇਵ, ਤੀਜੀ ਵੇਵ, ਅੱਧਾ ਲੋਕਡਾਊਨ, ਫੁੱਲ ਲੋਕਡਾਊਨ, 50 ਬੰਦੇ, 100 ਬੰਦੇ, ਇਸ ਤਰ੍ਹਾਂ ਦੇ ਅਸੀਂ ਦੌਰ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਹਾਂ। ਹਰ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸੇ ਦੌਰ ਦੇ ਵਿੱਚ ਜਦੋਂ 5 ਸੂਬਿਆਂ ਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਤਾਂ ਚੋਣ ਕਮਿਸ਼ਨ ਨੇ ਪਹਿਲੀ ਵਾਰੀ, ਇਸ ਤੋਂ ਪਹਿਲਾਂ ਪਿਛਲੇ ਵਾਰ ਹੋਈਆਂ, ਬੰਗਾਲ ਦੇ ਵਿੱਚ ਹੋਈਆਂ, ਤਾਮਿਲਨਾਡੂ 'ਚ ਹੋਈਆਂ, ਅਸਾਮ 'ਚ ਹੋਈਆਂ, ਉਦੋਂ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ। ਹਾਲਾਂਕਿ ਉਦੋਂ ਦੂਜੀ ਜਿਹੜੀ ਕਰੋਨਾ ਦੀ ਲਹਿਰ ਜਿਹੜੀ ਆ ਉਹ ਸਿਖਰ 'ਤੇ ਸੀ। ਉਦੋਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਅਤੇ ਉਦੋਂ ਚੋਣ ਕਮਿਸ਼ਨ ਦਾ ਕ੍ਰਿਟਿਸਿਜ਼ਮ ਵੀ ਹੋਇਆ, ਉਹਨਾਂ ਦੀ ਬਹੁਤ ਜ਼ਿਆਦਾ ਨੁਕਤਾਚੀਨੀ ਹੋਈ। ਇੱਥੋਂ ਤੱਕ ਕਿ ਮਦਰਾਸ ਹਾਈ ਕੋਰਟ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਵੀ ਕਿਉਂ ਨਾ ਚੋਣ ਕਮਿਸ਼ਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਵੀ ਜਿਹੜਾ ਕਰੋਨਾ ਦੀ ਦੂਜੀ ਲਹਿਰ ਨੂੰ ਵੱਧ ਫੈਲਾਉਣ 'ਚ ਅਤੇ ਮੌਤਾਂ ਲਈ ਜ਼ਿੰਮੇਵਾਰ ਇਹ ਚੋਣਾਂ ਹੀ ਕਿਉਂ ਨਹੀਂ, ਕਿਉਂਕਿ ਵੱਡੀਆਂ ਰੈਲੀਆਂ ਦਾ ਜਿਹੜਾ ਉਹਨਾਂ ਨੇ ਉਦੋਂ ਖੁੱਲ੍ਹ ਦਿੱਤੀ ਹੋਈ ਸੀ। ਜੀ। ਬੀਤੇ ਤੋਂ ਸਬਕ ਸਿੱਖਦੇ ਹਾਂ ਕਹਿ ਲਓ, ਜਾਂ ਕਿਸੇ ਤਰ੍ਹਾਂ ਦੀਆਂ ਹੋਰ ਮਜਬੂਰੀਆਂ ਕਹਿ ਲਓ ਕਮਿਸ਼ਨ ਦੀਆਂ, ਜਾਂ ਜੋ ਵੀ ਸੀ। ਇਸ ਵਾਰ ਇਹਨਾਂ ਨੇ ਪਹਿਲਾਂ ਜਿਸ ਦਿਨ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕੀਤਾ, ਉਸੇ ਦਿਨ ਕਹਿਤਾ ਵੀ ਵੱਡੀਆਂ ਰੈਲੀਆਂ 'ਤੇ ਪਾਬੰਦੀ,
ਤੇ ਨਾ ਕੋਈ ਪੈਦਲ ਯਾਤਰਾ ਹੋਊਗੀ, ਨਾ ਕੋਈ ਮੋਟਰਸਾਈਕਲ ਯਾਤਰਾ ਹੋਊ, ਕਿਸੇ ਤਰ੍ਹਾਂ ਦੀ ਯਾਤਰਾ 'ਤੇ ਜਿਹੜਾ ਪਾਬੰਦੀ ਲਾਤੀ ਸੀ। ਉਹ ਇਸ ਲਈ ਜਿਹੜਾ ਇਸ ਵਾਰ ਅਸੀਂ ਕਹਿ ਲਈਏ ਵੀ ਇੱਕ ਵਿਲੱਖਣ ਤਰੀਕੇ ਨਾਲ ਚੋਣ ਪ੍ਰਚਾਰ ਚੱਲਿਆ। ਸੋਸ਼ਲ ਮੀਡੀਆ ਦਾ ਜ਼ਿਆਦਾ ਸਹਾਰਾ ਲਿਆ ਗਿਆ, ਚਾਹੇ ਉਹ ਯੂਟਿਊਬ ਸੀ, ਚਾਹੇ ਉਹ ਫੇਸਬੁੱਕ ਸੀ, ਚਾਹੇ ਟਵਿੱਟਰ ਸੀ, ਚਾਹੇ ਇੰਸਟਾਗ੍ਰਾਮ ਸੀ। ਜਿਹੜਾ ਚੋਣ ਪ੍ਰਚਾਰ ਦੇ ਜਿਹੜੇ ਇੱਕ ਇਸ ਤਰ੍ਹਾਂ ਨਾਲ ਇਹ ਮਾਧਿਅਮ ਜਿਹੜੇ ਆ ਉਹ ਬਦਲ ਗਏ। ਉਮੀਦਵਾਰਾਂ ਨੇ ਅਤੇ ਰਾਜਨੀਤਿਕ ਪਾਰਟੀਆਂ ਨੇ ਸੰਚਾਰ ਦੇ ਜਿਹੜੇ ਨਵੇਂ ਸਾਧਨ ਵਿਕਸਿਤ ਹੋਏ ਨੇ, ਵਟਸਐਪ ਹੋਇਆ, ਜੋ ਵੀ ਸੀਗਾ, ਉਹਦੇ ਰਾਹੀਂ ਜਿਹੜਾ ਚੋਣ ਪ੍ਰਚਾਰ ਕੀਤਾ। ਹਾਲਾਂਕਿ ਬਹੁਤੇ ਤੁਸੀਂ ਉਮੀਦਵਾਰਾਂ ਤੱਕ ਪਹੁੰਚ ਨਹੀਂ ਕਰ ਸਕਦੇ, ਕਿਉਂਕਿ ਹਰੇਕ ਉਮੀਦਵਾਰ ਦੀ ਪਹੁੰਚ ਫੇਸਬੁੱਕ ਤੱਕ, ਟਵਿੱਟਰ ਤੱਕ, ਇੰਸਟਾਗ੍ਰਾਮ ਤੱਕ ਜਾਂ ਯੂਟਿਊਬ ਤੱਕ ਨਹੀਂ ਹੁੰਦੀ। 100% ਦੀ ਜਿਹੜਾ ਵੋਟਰ ਦੀ ਜਿਹੜੀ ਹੈ, ਅਸੀਂ ਕਹਿ ਲਈਏ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ। ਇਸ ਲਈ ਇਹ ਬਹੁਤ ਔਖਾ ਤਾਂ ਸੀ ਟਾਈਮ, ਪਰ ਇਸ ਵਾਰ ਅਸੀਂ ਕਹਿੰਦੇ ਹਾਂ ਵੀ ਪੈਂਡੈਮਿਕ ਦੇ ਦੌਰ ਦੇ ਵਿੱਚ ਇਹ ਇੱਕ ਨਵਾਂ ਤਜਰਬਾ ਰਾਜਨੀਤਿਕ ਪਾਰਟੀਆਂ ਲਈ ਵੀ ਸੀ, ਪ੍ਰਸ਼ਾਸਨ ਲਈ ਵੀ ਸੀ, ਚੋਣ ਕਮਿਸ਼ਨ ਲਈ ਵੀ ਸੀ। ਜਦੋਂ ਚੋਣ ਪ੍ਰਚਾਰ ਜਿਹੜਾ ਉਹ ਇੱਕ ਸੀਮਿਤ ਦਾਇਰੇ ਦੇ ਵਿੱਚ ਬੰਨ੍ਹ ਦਿੱਤਾ ਗਿਆ, ਉਹ ਵੀ ਉਸ ਵੇਲੇ ਜਦੋਂ ਇਹ ਹਿੰਦੁਸਤਾਨ ਦੇ ਵਿੱਚ ਚੋਣ ਸੁਧਾਰਾਂ ਦੀ ਗੱਲ ਵੀ ਚੱਲਦੀ ਰਹਿੰਦੀ ਹੈ ਵੀ ਕਿਉਂ ਨਾ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਜਾਂ ਉਹਨਾਂ ਦੇ ਜਿਹੜੇ ਲੀਡਰ ਨੇ, ਉਹ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਚੋਣ ਪ੍ਰਚਾਰ ਕਰਨ, ਇੱਕ ਪਲੇਟਫਾਰਮ 'ਤੇ ਆ ਕੇ, ਇੱਕ ਸਟੇਜ 'ਤੇ ਆ ਕੇ ਆਪੋ ਆਪਣੀ ਗੱਲ ਕਰਨ, ਆਪਣੀ ਪਾਰਟੀ ਦਾ ਏਜੰਡਾ ਰੱਖਣ, ਨਾ ਕਿ ਕਿਰਦਾਰਕੁਸ਼ੀ ਕਰਨ, ਲੋਕਾਂ ਦੇ ਚਿੱਕੜ ਉਛਾਲੀ ਕਰਨ, ਤਾਂ ਜੋ ਲੋਕਾਂ ਦੇ ਮੁੱਦੇ ਤਾਂ ਜਿਹੜੇ ਉਹ ਹਵਾ ਹੋ ਜਾਂਦੇ ਨੇ, ਲੋਕਾਂ ਦੇ ਮੁੱਦੇ ਗਾਇਬ ਹੋ ਜਾਂਦੇ ਨੇ ਅਤੇ ਇੱਕ ਦੂਜੇ 'ਤੇ ਚਿੱਕੜ ਉਛਾਲੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ। ਅਤੇ ਹੋ ਸਕਦਾ ਜੇ ਇਸ ਗੱਲਾਂ ਤੋਂ ਸਭ ਕੁਝ ਸਿੱਖਦੇ, ਜੇ ਕਰੋਨਾ ਦੇ ਦੌਰ ਦੇ ਵਿੱਚ ਅਸੀਂ ਪਾਬੰਦੀਆਂ ਲਾ ਸਕਦੇ ਹਾਂ, ਤਾਂ ਚੋਣ ਸੁਧਾਰਾਂ ਵੱਲ ਨੂੰ ਇਹੋ ਜਿਹਾ ਕੋਈ ਅਸੀਂ ਸਟੈਪ ਚੱਕ ਲਏ, ਸਾਡੇ ਹਿੰਦੁਸਤਾਨ ਦੇ ਸਿਆਸਤਦਾਨ ਜੇ ਸਿਆਣੇ ਹੋਣ ਵੀ ਚੋਣ ਰਿਫੋਰਮਸ ਵੱਲ ਨੂੰ ਤੁਰ ਪੈਣ, ਉਸ ਤਰ੍ਹਾਂ ਦਾ ਲੋਕਾਂ ਦਾ ਖਰਚਾ ਵੀ ਘਟੇ, ਜਿਹੜਾ ਹੈ ਨਸ਼ੇ ਪੱਤੇ ਦੀ ਵੀ ਵਰਤੋਂ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਘਟੇ। ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇੱਕ ਵੱਖਰਾ ਤਜਰਬਾ ਸੀ ਜੀ। ਦਵਿੰਦਰ ਜੀ, ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਿਆਂਦੇ ਗਏ ਸੀ, ਜਿਨ੍ਹਾਂ ਦੇ ਖਿਲਾਫ 1 ਸਾਲ ਤੋਂ ਲੰਬਾ ਸਮਾਂ ਜਿਹੜਾ ਦਿੱਲੀ ਦੀ ਬਰੂਹਾਂ 'ਤੇ ਸੰਘਰਸ਼ ਚੱਲਿਆ। ਉਸੇ ਸੰਘਰਸ਼ ਦੇ ਵਿੱਚੋਂ ਜਿਹੜੇ ਅਹਿਮ ਜਿਹੜਾ ਹੈਗਾ ਕਿਰਦਾਰ ਨਿਭਾਉਣ ਵਾਲੇ ਕੁਝ ਕਿਸਾਨ ਲੀਡਰਾਂ ਵੱਲੋਂ ਜਿਹੜਾ ਹੈਗਾ ਪੰਜਾਬ ਚੋਣਾਂ ਵਿੱਚ ਹਿੱਸਾ ਲਿੱਤਾ ਗਿਆ, ਜਿਨ੍ਹਾਂ ਵੱਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਸੰਯੁਕਤ ਸਮਾਜ ਮੋਰਚਾ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਨੇ, ਉਸ ਦਾ ਜਾਂ ਆਪਾਂ ਕਹਿ ਦਈਏ ਕਿਸਾਨ ਅੰਦੋਲਨ ਦਾ ਇਸ ਪੰਜਾਬ ਦੀਆਂ ਚੋਣਾਂ 'ਤੇ ਕੀ ਅਸਰ ਦੇਖਣ ਨੂੰ ਮਿਲੇਗਾ? ਦੇਖੋ ਜੀ, ਸਭ ਤੋਂ ਵੱਡਾ ਅਸਰ ਜਿਹੜਾ ਹੈ ਉਹ ਇਹੀ ਦੇਖਣ ਨੂੰ ਮਿਲਿਆ ਵੀ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਏ ਨੇ। ਜੀ। ਦਿੱਲੀ ਦੀਆਂ ਸਰਹੱਦਾਂ 'ਤੇ 1 ਸਾਲ ਜਿਹੜਾ ਉਹ ਕਿਸਾਨ ਅੰਦੋਲਨ ਚੱਲਿਆ। ਬਿਲਕੁਲ। ਉਹ 1 ਸਾਲ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਸਿਰਜਿਆ ਗਿਆ ਸੀ, ਜਦੋਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆ ਲੀਡਰ ਤਾਂ ਬਹੁਤ ਜ਼ਿਆਦਾ ਨਿਸ਼ਾਨਾ ਬਣੇ। ਉਹਦੇ ਨਾਲ ਜਿਹੜੀ ਰੂਲਿੰਗ ਪਾਰਟੀ ਸੀ, ਕਾਂਗਰਸ ਦੇ ਮੰਤਰੀ, MLAs ਵੀ ਨਿਸ਼ਾਨਾ ਬਣੇ ਅਤੇ ਅਕਾਲੀ ਦਲ ਵੀ ਨਿਸ਼ਾਨਾ ਬਣਿਆ। ਉਹ ਸਿਰਫ ਇਹ ਨਿਸ਼ਾਨਾ ਇਹ ਨਹੀਂ ਵੀ ਉਹਨਾਂ ਨੂੰ ਕਿਸੇ ਦੀ ਕੁੱਟਮਾਰ ਹੋਈ ਜੀ, 1-2 ਦੀ ਬੇਪਤੀ ਵੀ ਹੋਈ, ਉਹ ਮੰਦਭਾਗਾ ਹੈ। ਪਰ ਵੱਡਾ ਸਵਾਲ ਇਹ ਉੱਭਰ ਕੇ ਆਇਆ ਵੀ ਲੋਕ ਸਵਾਲ ਪੁੱਛਣ ਲੱਗੇ ਵੀ ਜਿਹੜਾ ਅਸੀਂ ਜਨਤਕ ਨੁਮਾਇੰਦਾ 5 ਸਾਲ ਲਈ ਵੋਟਾਂ ਪਾ ਕੇ ਚੁਣਿਆ, ਉਹਨੇ ਸਾਡੇ ਲਈ ਕੀ ਕੀਤਾ? ਕੀ ਉੱਥੇ ਬਹਿ ਕੇ ਸਿਰਫ ਪੈਸਾ ਇਕੱਠਾ ਕੀਤਾ, ਮਾਫੀਆ ਨੂੰ ਪ੍ਰੋਟੈਕਟ ਕੀਤਾ, ਜਾਂ SHO ਲਵਾ ਕੇ ਉਗਰਾਹੀ ਕੀਤੀ, ਜਾਂ ਵੀਡੀਓ ਲਵਾ ਕੇ ਗ੍ਰਾਂਟਾਂ 'ਚੋਂ ਹਿੱਸਾ ਖਾਧਾ, ਜਾਂ ਕੀ ਕੀਤਾ? ਵੀ ਸਾਨੂੰ ਦੱਸੋ। ਅਸੀਂ ਇਹ ਕਹਿੰਦੇ ਵੀ ਲੋਕਾਂ ਦੇ ਵਿੱਚ ਇੱਕ ਜਜ਼ਬਾ ਭਰਿਆ ਵੀ ਤਾਂ ਜੋ ਤੁਸੀਂ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਜਵਾਬਦੇਹ ਬਣਾਓ, ਉਹਨਾਂ ਨੂੰ ਸਵਾਲ ਪੁੱਛੋ। ਸਵਾਲ ਪੁੱਛਣ ਦਾ ਹੌਸਲਾ ਭਰਿਆ ਉਸ ਕਿਸਾਨ ਅੰਦੋਲਨ ਨੇ, ਮੈਂ ਕਹੂੰਗਾ। ਜਿਹੜਾ ਦੂਜਾ ਤੁਸੀਂ ਕਿਹਾ ਵੀ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਦੇ ਵਿੱਚ ਉਮੀਦਵਾਰ ਨਿਤਰੇ ਨੇ, ਇਹ ਮੇਰਾ ਖਿਆਲ ਹੈ ਵੀ ਹਿੰਦੁਸਤਾਨ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਹੈ ਵੀ ਜਦੋਂ ਕਿਸਾਨ ਜਥੇਬੰਦੀਆਂ ਇੱਕ ਰਾਜਨੀਤਿਕ ਪਾਰਟੀ ਬਣਾ ਕੇ ਆਪਣੇ ਉਮੀਦਵਾਰ ਜਿਹੜੇ ਉਹ ਮੈਦਾਨ 'ਚ ਉਤਾਰ ਰਹੀਆਂ ਨੇ। ਇਹਦਾ ਸਿਆਸਤ 'ਤੇ ਕਿੰਨਾ ਕੁ ਅਸਰ ਪੈਂਦਾ ਹੈ, ਇਹਨਾਂ ਮੋਰਚੇ ਦੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੂ, ਅਸੀਂ ਫਿਲਹਾਲ ਇਸ ਬਾਰੇ ਟਿੱਪਣੀ ਕਰ ਸਕਦੇ। ਇਹ ਤਾਂ ਫੈਸਲਾ 20 ਤਰੀਕ ਨੂੰ ਲੋਕ ਕਰਨਗੇ ਅਤੇ ਸਾਨੂੰ ਜਿਹੜਾ ਉਹ 10 ਮਾਰਚ ਨੂੰ ਪਤਾ ਲੱਗ ਜੂਗਾ ਵੀ ਇਹ ਕੌਣ ਕਿੰਨੇ ਪਾਣੀ 'ਚ ਹੈ ਦੂਜੀਆਂ ਪਾਰਟੀਆਂ ਵਾਂਗੂ। ਪਰ ਇਹ ਹੈ ਵੀ ਲੋਕਾਂ 'ਚ ਜਿਹੜੀ ਜਾਗਰੂਕਤਾ ਪੈਦਾ ਕੀਤੀ, ਲੋਕਾਂ 'ਚ ਜਿਹੜਾ ਹੌਸਲਾ ਭਰਿਆ, ਲੋਕਾਂ 'ਚ ਜਿਹੜਾ ਇਹ ਜਜ਼ਬਾ ਭਰਿਆ ਵੀ ਆਪਣੇ ਜਨ ਪ੍ਰਤੀਨਿਧ ਨੂੰ, ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਜਵਾਬਦੇਹ ਬਣਾਓ, ਲੋਕਾਂ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛੋ, ਇਹ ਜ਼ਰੂਰ ਭਰਿਆ। ਜੀ ਦਵਿੰਦਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਲੋਕਾਂ ਦੇ ਹੱਕ ਦੀ, ਕਿਉਂਕਿ ਲੋਕ ਆਪਣੇ ਹੱਕ ਲਈ ਆਵਾਜ਼ ਚੁੱਕਣ ਲੱਗ ਗਏ ਨੇ, ਸਭ ਕੁਝ ਕਰਨ, ਇਸੇ ਵਿੱਚੋਂ ਇੱਕ ਆਵਾਜ਼ ਨਿਕਲ ਕੇ ਆਈ ਵੀ ਕਿ ਜਿਹੜੇ ਵੱਖ-ਵੱਖ ਸਿਆਸੀ ਧਿਰਾਂ ਦੇ ਇਲੈਕਸ਼ਨ ਮੈਨੀਫੈਸਟੋ ਹੈ ਉਹਨਾਂ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ ਅਤੇ ਜਿਹੜਾ ਹੈਗਾ ਉਹ ਕਾਨੂੰਨੀ ਦਸਤਾਵੇਜ਼ ਨੂੰ ਲੈ ਕੇ ਲੋਕਾਂ 'ਚ ਜਾਣ। ਪਹਿਲੀ ਤਾਂ ਗੱਲ ਇਹ ਆਈ ਵੀ ਕਿ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਾਲੇ ਦਿਨ ਤੋਂ 4 ਦਿਨ ਪਹਿਲਾਂ, 1 ਹਫ਼ਤਾ ਪਹਿਲਾਂ ਜਿਹੜਾ ਹੈਗਾ ਆਪਣੇ
ਜਿਹੜੇ ਇਹ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤੇ ਗਏ। ਪਰ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਵੀ ਹਲੇ ਨਿਕਲ ਕੇ ਸਾਹਮਣੇ ਆਈ ਹੈ ਵੀ ਕਿ ਪੰਜਾਬ ਚੋਣਾਂ ਨੂੰ 2 ਦਿਨ ਰਹਿ ਗਏ ਨੇ। ਹਲੇ ਵੀ ਪੰਜਾਬ ਦੇ ਵਿੱਚ ਕੁਝ ਅਜਿਹੀ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਵੱਲੋਂ ਆਪਣਾ ਇਲੈਕਸ਼ਨ ਮੈਨੀਫੈਸਟੋ ਹੀ ਜਾਰੀ ਨਹੀਂ ਕੀਤਾ ਗਿਆ। ਤੁਸੀਂ ਉਸ ਨੂੰ ਕਿਵੇਂ ਦੇਖੋਗੇ? ਹਾਂ, ਜਿਵੇਂ ਤੁਹਾਡਾ ਇਸ਼ਾਰਾ, ਆਪਾਂ ਕਹਿ ਦਈਏ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਜੇ ਚੋਣ ਮੈਨੀਫੈਸਟੋ ਜਿਹੜਾ ਉਹ ਜਾਰੀ ਨਹੀਂ ਕੀਤਾ। ਹਾਲਾਂਕਿ ਕਾਂਗਰਸ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਇੱਕ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੋਇਆ ਜੀ। ਪਰ ਪੀਪੀਸੀਸੀ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਤੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਆਪਣੇ ਏਜੰਡੇ ਤਾਂ ਜਿਹੜੇ ਜਨਤਕ ਕਰਤੇ। ਉਹ ਇੱਕ ਨੇ ਪੰਜਾਬ ਮਾਡਲ ਕਰਤਾ, ਇੱਕ ਨੇ ਸੀਐਮ ਮਾਡਲ ਕਰ, ਚੰਨੀ ਮਾਡਲ ਕਰਤਾ ਜੀ। ਪਰ ਇਹ ਹੈ ਵੀ ਜਿਹੜਾ ਅਧਿਕਾਰਤ ਇੱਕ ਡਾਕੂਮੈਂਟ ਹੁੰਦਾ ਹੈ, ਚੋਣ ਮਨੋਰਥ ਪੱਤਰ ਜਿਹਨੂੰ ਅਸੀਂ ਕਹਿੰਦੇ ਆ, ਉਹ ਅਜੇ ਦੋਨਾਂ ਪਾਰਟੀਆਂ ਨੇ ਜਨਤਕ ਨਹੀਂ ਕੀਤਾ। ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਵੀ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਇਹ ਬਹੁਤ ਵੱਡੀ ਗੱਲ ਹੈ, ਇਹ ਹੋਣਾ ਵੀ ਚਾਹੀਦਾ ਹੈ। ਇਹ ਇਮੀਡੀਏਟਲੀ ਹੋਣਾ ਚਾਹੀਦਾ ਹੈ, ਜਿੰਨੀ ਜਲਦੀ ਹੋ ਸਕੇ। ਪੀਪਲਜ਼ ਰਿਪਰੈਜ਼ੈਂਟੇਸ਼ਨ ਐਕਟ ਜਿਹਦੇ ਤਹਿਤ ਜਿਹੜੀਆਂ ਚੋਣਾਂ ਹੁੰਦੀਆਂ ਨੇ, ਇਲੈਕਸ਼ਨ ਕਮਿਸ਼ਨ ਜਿਹਦੇ ਤਹਿਤ ਅਧੀਨ ਕੰਮ ਕਰਦਾ ਜਿਸ ਕਾਨੂੰਨ ਨੂੰ ਲਾਗੂ ਕਰਨ ਲਈ, ਉਸ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਡਾਕੂਮੈਂਟ ਬਣਨਾ ਚਾਹੀਦਾ। ਉਹ ਕਿਉਂ ਬਣਨਾ ਚਾਹੀਦਾ ਹੈ? ਪੰਜਾਬ ਦੇ ਵਿੱਚ 2017 'ਚ ਕਾਂਗਰਸ ਨੇ ਲੋਕਾਂ ਨੂੰ ਧੋਖਾ ਦਿੱਤਾ ਵੀ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਸਮੁੱਚਾ ਕਰਜ਼ਾ ਮਾਫ ਕਰਾਂਗੇ, ਸਮਾਰਟਫੋਨ ਦੇਵਾਂਗੇ। ਉਸ ਤੋਂ ਪਹਿਲਾਂ ਚਲੋ ਗੁਟਕਾ ਸਾਹਿਬ ਦੀ ਸਹੁੰ ਚੱਕ ਲਈ ਸੀ। ਤਰ੍ਹਾਂ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਗਏ ਪਰ ਨਿਭਾਇਆ ਕੁਛ ਨਹੀਂ। ਮਾਫੀਆ ਖਤਮ ਕਰਾਂਗੇ, ਕੋਈ ਮਾਫੀਆ ਖਤਮ ਨਹੀਂ ਹੋਇਆ। ਇਸੇ ਤਰ੍ਹਾਂ ਅਸੀਂ ਜੇ ਕੇਂਦਰ ਲੈਵਲ ਤੇ ਦੇਖ ਲਈਏ, 2014 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਅਸੀਂ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਮੰਨ ਕੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ। ਐਮਐਸਪੀ ਲਈ ਅੱਜ ਵੀ ਕਿਸਾਨ ਲੜ ਰਹੇ ਨੇ। 3 ਕਾਨੂੰਨ ਐਸੇ ਲਿਆਂਦੇ ਜਿਹੜੇ ਕਿਸਾਨ ਕਹਿੰਦੇ ਵੀ ਸਾਡੇ ਲਈ ਤਾਂ ਇਹ ਜਾਨਲੇਵਾ ਨੇ, ਸਾਡਾ ਤਬਾਹ ਕਰ ਦੇਣਗੇ, ਸਾਡਾ ਬੱਚਿਆਂ ਦਾ ਭਵਿੱਖ ਖਤਮ ਕਰ ਦੇਣਗੇ। ਦੂਸਰੇ ਪਾਸੇ 15-15 ਲੱਖ ਖਾਤੇ 'ਚ ਆਊਗਾ, ਹੋਇਆ ਕੁਛ ਵੀ ਨਹੀਂ। ਇੱਕ ਇੱਥੋਂ ਤੱਕ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਦਾ ਕਹਿੰਦਾ ਵੀ ਉਹ ਤਾਂ ਇੱਕ ਜਿਹੜਾ ਹੈ ਸ਼ਗੂਫਾ ਛੱਡਿਆ ਸੀ, ਮਤਲਬ ਇਲੈਕਸ਼ਨ ਹਾਸਲ ਕਰਨ ਲਈ ਤੁਸੀਂ ਜੋ ਮਰਜ਼ੀ ਝੂਠ ਬੋਲ ਦਿਓ, ਜੁਮਲਾ ਸੀ। ਅਤੇ ਜੁਮਲੇ ਛੱਡ ਕੇ ਜਿਹੜੀਆਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ, ਅਤੇ ਉਹਨਾਂ ਜੁਮਲੇਬਾਜ਼ੀ ਨੂੰ ਬੰਦ ਕਰਨ ਲਈ ਜ਼ਰੂਰੀ ਹੈ ਵੀ ਜਿਹੜੇ ਚੋਣ ਮਨੋਰਥ ਪੱਤਰ ਨੇ ਉਹ ਲੀਗਲ ਡਾਕੂਮੈਂਟ ਬਣਨ। ਅਤੇ ਜਿਹੜੇ ਸਟੇਜਾਂ ਤੋਂ ਵੀ ਰਾਜਨੀਤਿਕ ਬੰਦੇ ਝੂਠ ਬੋਲਦੇ ਨੇ, ਤਰ੍ਹਾਂ ਤਰ੍ਹਾਂ ਦਾ ਕੁਫਰ ਤੋਲਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਨੂੰ ਮਿਸਲੀਡ ਕਰਦੇ ਨੇ, ਉਹਨੂੰ ਬੰਦ ਕਰਨ ਲਈ ਵੀ ਕੋਈ ਸਖਤ ਪੇਸ਼ਬੰਦੀਆਂ ਨੇ ਜਿਹੜੀਆਂ ਉਹ ਕਮਿਸ਼ਨ ਵੱਲੋਂ ਲਾਈਆਂ ਜਾਣੀਆਂ ਚਾਹੀਦੀਆਂ ਨੇ। ਜੀ ਦਵਿੰਦਰ ਜੀ, ਵੋਟਾਂ ਵਾਲਾ ਦਿਨ ਦੀ ਗੱਲ ਕਰੀਏ ਤਾਂ 2 ਦਿਨਾਂ ਦਾ ਸਮਾਂ ਜਿਹੜਾ ਵਿੱਚ ਰਹਿ ਚੁੱਕਾ ਹੈ ਅਤੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਅਖੀਰੀ ਦਿਨ ਬਿਲਕੁਲ ਚੱਲ ਰਿਹਾ। ਇਸ ਕਰਕੇ ਪੂਰੀ ਤਾਕਤ ਝੋਂਕ ਦਿੱਤੀ ਹੈ ਅਤੇ ਵੱਖ-ਵੱਖ ਸਿਆਸੀ ਧਿਰਾਂ ਆਪਣੇ ਰੋਡ ਸ਼ੋਅ ਕੱਢ ਰਹੀਆਂ ਨੇ, ਵੋਟਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜੇ ਰੁੱਸੇ ਹੋਏ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ 2 ਦਿਨਾਂ ਦਾ ਸਮਾਂ ਬਾਕੀ ਹੈ, ਪੰਜਾਬ ਦੀ ਜਿਹੜੀ ਸਿਆਸਤ ਦਾ ਹਵਾ ਦਾ ਰੁਖ ਕਿੱਧਰਲੇ ਪਾਸੇ ਜਾਂਦਾ ਦਿਖਾਈ ਦੇ ਰਿਹਾ? ਦੇਖੋ, ਹਵਾ ਦਾ ਰੁਖ ਤਾਂ ਅਸੀਂ ਡਿਸਾਈਡ ਨਹੀਂ ਕਰ ਸਕਦੇ, ਇਹ ਤਾਂ 20 ਤਰੀਕ ਨੂੰ ਲੋਕ ਦੱਸਣਗੇ ਜੀ ਵੀ ਕੀ ਹੁੰਦਾ ਹੈ। ਹੁਣ ਤੱਕ ਦੇ ਜਿਹੜੇ ਸਰਵੇਖਣ ਆਏ ਨੇ ਉਹਦੇ ਮੁਤਾਬਕ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਵੀ ਪੰਜਾਬ ਦਾ ਜਿਹੜਾ ਇਸ ਵਾਰ ਅਸੈਂਬਲੀ ਹੈ ਉਹ ਹੰਗ ਹੋ ਸਕਦੀ ਹੈ। ਲਟਕਵੀਂ ਅਸੈਂਬਲੀ ਪੰਜਾਬੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਹੰਗ ਹੋ ਸਕਦੀ ਹੈ, ਇਹਦਾ ਮਤਲਬ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ, ਜਿਹੜੇ ਹੁਣ ਤੱਕ ਦੇ ਸਰਵੇਖਣ ਆਏ ਨੇ। ਪਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ 'ਤੇ ਝਾਤੀ ਮਾਰਦੇ ਹਾਂ ਤਾਂ ਪੰਜਾਬੀਆਂ ਨੇ ਜਿਹੜਾ ਆਪਣਾ ਫੈਸਲਾ ਕਦੇ ਵੀ ਸੁਣਾਇਆ ਤਾਂ ਉਹ ਇੱਕ ਤਰਫਾ ਸੁਣਾਇਆ। ਕਿਸੇ ਨਾ ਕਿਸੇ ਇੱਕ ਪਾਰਟੀ ਨੂੰ ਆਪਣੇ ਭਵਿੱਖ ਦੀ ਜਿਹੜੀ ਹੈ ਵਾਗਡੋਰ ਸੌਂਪੀ ਹੈ ਵੀ ਉਹਨਾਂ ਦੇ ਭਵਿੱਖ ਦੇ 5 ਸਾਲ ਲਈ ਫੈਸਲੇ ਫਲਾਂ ਪਾਰਟੀ ਲਵੇ। ਅਤੇ ਇਸ ਲਈ ਜਿਹੜਾ ਇਸ ਵਾਰ ਪੰਜਾਬੀ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਨੇ, ਇਹ 20 ਤਰੀਕ ਨੂੰ ਜਿਹੜਾ ਉਹ ਪਤਾ ਲੱਗ ਜੂ। ਆਪਦਾ ਫੈਸਲਾ ਦੇ ਆਉਣਗੇ ਉੱਥੇ, 10 ਮਾਰਚ ਨੂੰ ਸਾਨੂੰ ਪਤਾ ਲੱਗ ਜੂਗਾ ਕੀ ਫੈਸਲਾ ਹੁੰਦਾ ਹੈ। ਜੀ ਦਵਿੰਦਰ ਜੀ, ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਚੋਣਾਂ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਸਿਆਸੀ ਧਿਰਾਂ ਵੋਟਾਂ ਖਰੀਦਦੀਆਂ ਨੇ, ਸ਼ਰਾਬ ਵੰਡਦੀਆਂ ਨੇ, ਨਸ਼ੀਲੇ ਪਦਾਰਥ ਵੰਡਦੀਆਂ ਨੇ, ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਪਹਿਲੇ ਦਿਨ ਇਹ ਐਲਾਨ ਕਰਤਾ ਸੀ ਕਿ ਇਸ ਵਾਰ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ। ਹੁਣ ਤੱਕ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ ਇਸ ਪਾਸੇ ਕਿਹੋ ਜਿਹੀ ਰਹੀ ਹੈ? ਹਾਂ ਦੇਖੋ, ਜਦੋਂ ਹੁਣ ਚੋਣਾਂ ਵੋਟਾਂ ਪੈਣ 'ਚ ਜਦੋਂ 2-2.5 ਦਿਨ ਦਾ ਸਮਾਂ ਰਹਿ ਗਿਆ, ਇਹ ਬੜਾ ਮਹੱਤਵਪੂਰਨ ਹੈ। ਹੁਣ ਤੱਕ ਅਸੀਂ ਕਹਿ ਲਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਮੇਤ ਭਾਜਪਾ ਦੇ ਹੋਰ ਨੇਤਾ ਅਤੇ ਕੇਂਦਰੀ ਮੰਤਰੀ, ਅਸੀਂ ਕਾਂਗਰਸ ਵੱਲੋਂ ਕਹਿ ਲਈਏ ਸ਼੍ਰੀਮਤੀ ਪ੍ਰਿੰਕਾ ਗਾਂਧੀ ਵਾਡਰਾ, ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ, ਕੈਪਟਨ ਅਮਰਿੰਦਰ ਸਿੰਘ ਵਗੈਰਾ ਵਗੈਰਾ ਆਗੂਆਂ ਨੇ ਚੋਣ ਪ੍ਰਚਾਰ ਜਿਹੜਾ ਪਖਾਇਆ। ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਕੀਤਾ। ਇੱਥੋਂ ਤੱਕ ਤਾਂ ਇਹਨਾਂ ਨੇ ਸਾਰਾ ਕੁਝ ਲੀਗਲ ਕੀਤਾ। ਜਿਹੜਾ ਆਹ ਦੌਰ ਆਉਂਦਾ ਹੈ ਉਦੋਂ ਪੰਜਾਬੀਆਂ ਲਈ ਵੀ ਪਰਖ ਦੀ ਘੜੀ ਹੈ, ਚੋਣ ਕਮਿਸ਼ਨ ਲਈ ਵੀ ਪਰਖ ਦੀ ਘੜੀ ਹੈ। ਕੀ ਪੰਜਾਬੀਆਂ ਨੇ ਆਪਣਾ ਜਿਹੜਾ ਨੁਮਾਇੰਦਾ ਚੁਣਨਾ ਹੈ
ਉਹ ਸਿਰਫ ਚੰਦ ਰੁਪਈਆ ਜਾਂ ਸ਼ਰਾਬ ਦੇ ਲਾਲਚ 'ਚ ਚੁਣਨਾ ਹੈ ਜਾਂ ਮੈਰਿਟ ਤੇ ਚੁਣਨਾ ਹੈ ਵੀ ਸਾਡੇ ਭਵਿੱਖ ਦੇ ਫੈਸਲੇ, ਸਾਡੇ ਬੱਚਿਆਂ ਦੇ ਭਵਿੱਖ ਦੇ ਫੈਸਲੇ ਦਾਸ ਦੀ ਵਾਗਡੋਰ ਜਿਹੜੀ ਹੈ ਅਸੀਂ ਕਿਹੋ ਜਿਹੇ ਨੇਤਾ ਦੇ ਹੱਥ ਫੜਾਉਣੀ ਹੈ। ਇਹ ਬਹੁਤ ਜਿਹੜਾ ਇਹ ਆਉਣ ਵਾਲਾ ਟਾਈਮ ਹੈ, ਆਉਣ ਵਾਲੇ ਦਿਨ ਨੇ ਜਿਹੜੇ 2-3, ਇਹ ਬਹੁਤ ਮਹੱਤਵ ਰੱਖਦੇ ਨੇ ਕਿਉਂਕਿ ਅਸੀਂ ਜਿਹੜਾ ਪੁਰਾਣਾ ਸਾਡਾ ਤਜਰਬਾ ਦੱਸਦਾ ਹੈ, ਪੁਰਾਣਾ ਅਸੀਂ ਚੋਣਾਂ ਦੇ ਜਿਹੜੇ ਨਤੀਜੇ ਦੇਖਦੇ ਹਾਂ, ਜਦੋਂ ਕੋਈ ਹਵਾ ਦਾ ਰੁਖ ਕੁਛ ਹੋਰ ਚੱਲਿਆ ਆਉਂਦਾ ਹੁੰਦਾ ਹੈ, ਜਦੋਂ ਨਤੀਜੇ ਨਿਕਲਦੇ ਨੇ ਤਾਂ ਕੁਛ ਹੋਰ ਨਿਕਲਦੇ ਨੇ। ਅਸੀਂ 2012 'ਚ ਵੀ ਦੇਖ ਚੁੱਕੇ ਹਾਂ, 2017 'ਚ ਵੀ ਦੇਖ ਚੁੱਕੇ ਹਾਂ, ਉਦੋਂ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈਗਾ। ਇਸ ਲਈ ਜਿਹੜਾ ਇਹ ਟਾਈਮ ਹੈ 2-3 ਦਿਨ ਨੇ ਜਿਹੜੇ ਇਹ ਬਹੁਤ ਹੀ ਮਹੱਤਵਪੂਰਨ ਨੇ, ਲੋਕਾਂ ਲਈ ਵੀ ਮਹੱਤਵਪੂਰਨ ਨੇ। ਚੋਣ ਕਮਿਸ਼ਨ ਦਾ ਨਜ਼ਰੀਆ ਹਮੇਸ਼ਾ ਇਹ ਰਿਹਾ ਵੀ ਚੋਣਾਂ ਤੋਂ ਪਹਿਲਾਂ ਤਾਂ ਦਮਗਜ਼ੇ ਬਹੁਤ ਮਾਰਦਾ ਹੈ, ਦਬਕੇ ਬਹੁਤ ਮਾਰਦੇ ਹੈ, ਪ੍ਰੈਸ ਨੋਟ ਵੱਡੇ ਵੱਡੇ ਜਾਰੀ ਕਰਦੇ ਹੈ ਵੀ ਜਿਹੜੇ ਅਸੀਂ ਕਹ ਲਈਏ ਵਿਧਾਨ ਸਭਾ 'ਚ ਹਲਕੇ ਆਇਡੈਂਟੀਫਾਈ ਕਰ ਲੈਂਦੇ ਵੀ ਇੱਥੇ ਪੈਸਾ ਵੱਧ ਚੱਲ ਸਕਦਾ। ਪੈਸਾ ਵੀ ਚੱਲਦਾ ਹੈ, ਸ਼ਰਾਬ ਵੀ ਚੱਲਦੀ ਹੈ, ਭੁੱਕੀ ਵੀ ਚੱਲਦੀ ਹੈ, ਅਫੀਮ ਵੀ ਚੱਲਦੀ ਹੈ। ਇਹੋ ਜਿਹੇ ਦੋਸ਼ ਜਿਹੜੇ ਰਾਜਨੀਤਿਕ ਪਾਰਟੀਆਂ ਤੇ ਲੱਗਦੇ ਨੇ ਵੀ ਆਹ ਸਾਰਾ ਕੁਝ ਚੱਲਦਾ ਹੈ। ਲੋਕ ਵੀ ਅਕਸਰ ਦੱਬਵੀਂ ਸੁਰ 'ਚ ਇਹ ਗੱਲ ਮੰਨਦੇ ਨੇ ਵੀ ਹਾਂਜੀ ਸਾਰਾ ਕੁਝ ਚੱਲਦਾ ਹੈ। ਤੇ ਫਿਰ ਜੇ ਚੱਲਦਾ ਹੈ ਤਾਂ ਸਾਡਾ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਤੇ ਕਮਿਸ਼ਨ ਕਿੱਥੇ ਹੁੰਦਾ ਹੈ? ਜੇ ਲੋਕ ਇਹ ਗੱਲ ਕਹਿੰਦੇ ਨੇ ਤਾਂ ਕਮਿਸ਼ਨ ਨੂੰ ਵੀ ਅੱਖਾਂ ਬੰਦ ਕਰਕੇ ਨਹੀਂ ਰਹਿਣਾ ਚਾਹੀਦਾ। ਲੋਕ ਜੇ ਦੋਸ਼ ਲਾਉਂਦੇ ਨੇ, ਲੋਕ ਜੇ ਕੋਈ ਗੱਲ ਕਰਦੇ ਨੇ, ਉਹਦੇ ਬਾਰੇ ਜਾਂ ਤਾਂ ਸੱਚ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ, ਨਹੀਂ ਫਿਰ ਜਿਹੜੇ ਕੋਈ ਗਲਤ ਤਰੀਕੇ ਨਾਲ ਜਿਹੜੇ ਜਿੱਤ ਹਾਸਲ ਕਰਨ ਲਈ ਗਲਤ ਤਰੀਕੇ ਵਰਤੇ ਨੇ ਉਹਨਾਂ ਨੂੰ ਬੰਦ ਕਰਨ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।